ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ a very good morning ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅਰਸ਼ ਮਿਹਰਬਾਨੀ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ। ਜੌਲ ਸਾਹਿਬ today is the third day provincial election ਦੇ ਬਾਰੇ ਐਂਡ ਕਾਫੀ ਕੈਂਡੀਡੇਟਸ ਕਾਫੀ ਲੀਡਰਸ ਇਸ ਵੇਲੇ ਬਾਹਰ ਜਾ ਕੇ ਜਾਂ ਇੰਟਰਵਿਊਜ਼ ਦੇ ਰਹੇ ਨੇ ਜਾਂ ਡੋਰ ਨੌਕਿੰਗ ਕਰ ਰਹੇ ਨੇ ਐਂਡ ਜੋ ਪੋਲੀਟੀਕਲ ਲੀਡਰਸ ਇਸ ਵਾਰ ਟਾਰਗੇਟ ਕਰ ਰਹੇ ਨੇ ਜੀ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਉਹਨਾਂ ਦੀਆਂ ਹੈਲਥ ਕੇਅਰ ਐਜੂਕੇਸ਼ਨ ਰੋਡਸ ਕੱਲ ਗੱਲਾਂ ਬਾਤਾਂ ਇਹਦੇ ਬਾਬਤ ਹੋਈਆਂ ਪਰੰਤੂ ਜਿਹੜੀ ਮੇਨ ਗੱਲਬਾਤ ਜੋ ਮਹਿੰਗਾਈ ਇਸ ਵੇਲੇ ਵੱਧ ਰਹੀ ਹੈ ਉਹਦੇ ਬਾਰੇ ਜੋ ontario's ਦੇ ਵਿੱਚ ਜੋ ਕਿ ਦਿਨ ਬਾਈ ਦਿਨ ਗੈਸ ਪ੍ਰਾਈਸਿਸ ਦਿਨ ਬਾਈ ਦਿਨ ਮਹਿੰਗਾਈ ਦਿਨ ਬਾਈ ਦਿਨ ਗਰੋਸਰੀ ਦਾ ਖਰਚਾ ਜਾਂ ਇਟਸ ਆਲ ਅ ਚੇਨ ਰਿਐਕਸ਼ਨ ਅਫੋਰਡੇਬਿਲਿਟੀ ਬਾਰੇ ਫਿਰ ਵੀ ਨਹੀਂ ਹਾਲੇ ਗੱਲਬਾਤ ਨਹੀਂ ਉਹਨਾਂ ਨੇ ਸ਼ੁਰੂ ਕੀਤੀ। ਅਰਸ਼ ਫॉर ਸ਼ੋਰ ਵੀ ਜਿੰਨੀ ਗੱਲ ਹੋਣੀ ਚਾਹੀਦੀ ਆ ਉਨੀ ਨਹੀਂ ਹੋ ਰਹੀ ਕਿਉਂਕਿ ਇਸ ਵੇਲੇ ਓਨਟਾਰੀਓ ਦੇ ਵਿੱਚ ਹੀ ਨਹੀਂ ਪੂਰੇ ਕੈਨੇਡਾ ਦੇ ਵਿੱਚ ਜਿਹੜਾ ਜੀ ਵੀ ਇਹ ਅਫੋਰਡੇਬਿਲਿਟੀ ਇਹ ਲੋਕਾਂ ਦਾ ਜਿਹੜਾ ਟੌਪ ਇਸ਼ੂ ਆ ਉਹਨਾਂ ਦੇ ਮਨਾਂ ਦੇ ਵਿੱਚ। ਆਮ ਤੌਰ ਤੇ ਜਿਹੜੇ ਟ੍ਰੈਡੀਸ਼ਨਲ ਆਪਣੇ ਇਸ਼ੂ ਹੁੰਦੇ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹੈਲਥ ਕੇਅਰ ਤੇ ਐਜੂਕੇਸ਼ਨ ਦੀ ਪ੍ਰੋਵਿੰਸ਼ਲੀ ਤੇ ਫੈਡਰਲੀ ਜ਼ਿਆਦਾ ਜਿਹੜੀ ਉਹ ਚਰਚਾ ਹੁੰਦੀ ਸੀਗੀ ਪਰ ਇਸ ਵਾਰ ਇਹ ਪਿਛਲੇ 2 ਸਾਲਾਂ ਦੇ ਵਿੱਚ ਜੋ ਸਿਚੁਏਸ਼ਨ ਚੇਂਜ ਹੋਈ ਆ ਸਪਲਾਈ ਚੇਨਸ ਟੁੱਟਣ ਕਰਕੇ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਕਰਕੇ ਉਹਦੇ ਨਾਲ ਜਿਹੜਾ ਵੀ ਹਰ ਚੀਜ਼ ਦਾ ਜਿਹੜੇ ਰੇਟ ਆ ਭਾਅ ਆ ਵੀ ਅਸਮਾਨੀ ਚੜੇ ਹੋਏ ਆ। ਗੈਸ ਦਾ ਜ਼ਿਕਰ ਤੁਸੀਂ ਕੀਤਾ ਵੀ ਇਹ 15% ਦੇ ਆਸ-ਪਾਸ ਜਾਣੀ ਕਿ ਪਿਛਲੇ 10 ਦਿਨਾਂ ਦੇ ਵਿੱਚ ਹੀ ਪ੍ਰਾਈਸ ਦੁਬਾਰਾ ਇਹਦੀ ਚੜ ਚੁੱਕੀ ਆ ਤੇ ਹੁਣ ਤਾਂ ਆ ਤਾਂ ਭਾਵੇਂ ਮਦਰਸ ਡੇ ਰਿਹਾ ਪਰ ਮਦਰਸ ਡੇ ਤਾਂ ਕੋਈ ਬਹੁਤੀ ਅੱਛੀ ਗੱਲ ਨਹੀਂ ਆ ਪਿਛਲੇ 4 ਦਿਨਾਂ ਦੇ ਵਿੱਚ 3 ਵਾਰੀ ਗੈਸ ਦੀ ਪ੍ਰਾਈਸ ਜਿਹੜੀ ਆ ਜੀ ਵੱਧ ਚੁੱਕੀ ਆ ਤੇ ਅੱਜ ਰਾਤ ਨੂੰ ਵੀ ਹੱਲੇ ਵਧਣੀ ਆ। ਇਹਦੀ ਕਿਤੇ ਕੋਈ ਗੱਲ ਨਹੀਂ ਜ਼ਿਕਰ ਨਹੀਂ ਪਰ ਜਿਹੜਾ ਉਹ ਜਾਣੀ ਡਰਾਫਟ ਬਜਟ ਵੀ ਪੇਸ਼ ਕੀਤਾ ਸੀ ਇਲੈਕਸ਼ਨ ਪਲੇਟਫਾਰਮ ਦੇ ਸਟਾਈਲ ਦੇ ਵਿੱਚ ਵੀ ਉਹ ਵੀ ਇਲੈਕਸ਼ਨ ਤੋਂ ਬਾਅਦ ਜਾਣੀ ਜੁਲਾਈ ਤੋਂ ਹੀ ਜੇ ਉਹ ਬਜਟ ਬਾਅਦ ਦੇ ਵਿੱਚ ਪਾਸ ਹੁੰਦਾ ਤੇ ਤਦ ਰਿਲੀਫ ਮਿਲਣਾ ਸ਼ੁਰੂ ਹੋਣਾ। ਸੋ ਕੁੱਲ ਮਿਲਾ ਕੇ ਜਾਣੀ ਆਪਾਂ ਇਹ ਸਿੱਟਾ ਕੱਢ ਸਕਦੇ ਹਾਂ ਵੀ ਗੈਸ ਦੇ ਸਿਲਸਿਲੇ ਦੇ ਵਿੱਚ ਪੈਟਰੋਲ ਪੰਪਾਂ ਤੇ ਤੁਰੰਤ ਓਨਟਾਰੀਅਨਸ ਲਈ ਕੋਈ ਰਾਹਤ ਕਿਸੇ ਪਾਸਿਓਂ ਨਜ਼ਰ ਨਹੀਂ ਆ ਰਹੀ। ਫੈਡਰਲ ਗਵਰਨਮੈਂਟ ਵਾਲੇ ਤਾਂ ਇਸ ਤੇ ਕੋਈ ਗੱਲ ਹੀ ਨਹੀਂ ਨਾ ਮਤਲਬ ਕੀਤੀ ਜਾ ਰਹੀ ਵੀ ਅਸੀਂ ਕਾਰਬਨ ਟੈਕਸ ਜਾਂ ਅਦਰਵਾਈਜ਼ ਜਿਹੜਾ ਇਹ ਟੈਕਸ ਗਾਊਜਿੰਗ ਪਈ ਜੇ ਗੈਸ ਮਹਿੰਗੀ ਹੋ ਰਹੀ ਆ ਤੇ ਟੈਕਸ ਵੀ ਤੇ ਗਵਰਨਮੈਂਟ ਨੂੰ ਚੋਣਨਾ ਜਾ ਰਿਹਾ ਨਾ ਪਰਸੈਂਟੇਜ ਵਾਈਜ਼। ਸੋ ਬਿਲਕੁਲ ਇਸ ਤੇ ਕਿਸੇ ਤਰ੍ਹਾਂ ਦੇ ਰਿਲੀਫ ਦੀ ਹਾਲ ਦੀ ਘੜੀ ਕੋਈ ਚਰਚਾ ਨਹੀਂ ਹੋ ਰਹੀ ਆ। ਇਹਦੇ ਨਾਲ ਹੀ ਫਿਰ ਜਿਹੜਾ ਅਫੋਰਡੇਬਿਲਿਟੀ ਦੀ ਤੁਸੀਂ ਗੱਲ ਕਰਦੇ ਆ ਵੀ ਜੇ ਗੈਸ ਮਹਿੰਗੀ ਹੋਊਗੀ ਤੇ ਇਨਡਾਇਰੈਕਟਲੀ ਕਾਫੀ ਕੁਝ ਹੋਰ ਮਹਿੰਗਾ ਹੋਊਗਾ ਕਿਉਂਕਿ ਜਿਹੜੀ ਸਪਲਾਈ ਚੇਨ ਆ ਵੀ ਇਹ ਚੀਜ਼ਾਂ ਵਸਤਾਂ ਜਿੰਨੀਆਂ ਸਟੋਰਾਂ ਦੇ ਵਿੱਚ ਆਉਂਦੀਆਂ ਨੇ ਉਹ ਟਰੱਕਿੰਗ ਜਾਂ ਕਹ ਲਓ ਵੀ ਰੇਲ ਗੱਡੀ ਦੇ ਰਾਹੀਂ ਉਹ ਟਰਾਂਸਪੋਰਟ ਹੁੰਦੀਆਂ ਸਾਡੇ ਦੇਸ਼ ਦੇ ਵਿੱਚ ਤੇ ਡੀਜ਼ਲ ਤੇ ਕਦੋਂ ਦਾ ਹੀ ਜਿਹੜਾ $2 ਨੂੰ ਪਾਰ ਕਰ ਚੁੱਕਾ ਪਰ ਲੀਟਰ ਹਨਾ। ਨਾਲ ਫਿਰ ਜਿਹੜੇ ਬਿਜ਼ਨਸਿਸ ਨੈਚੁਰਲੀ ਆ ਵੀ ਉਹਨਾਂ ਨੂੰ ਤੇ ਜਦੋਂ ਕੋਸਟ ਇਹ ਟਰਾਂਸਫਰ ਹੁੰਦੀ ਆ ਟਰਾਂਸਪੋਰਟੇਸ਼ਨ ਦੀ ਵਧੀ ਹੋਈ ਤੇ ਫਿਰ ਉਹ ਗਾਂ ਕੰਜ਼ਿਊਮਰ ਨੂੰ ਵੀ ਦੇਣੀ ਪੈਣੀ ਆ ਕੰਜ਼ਿਊਮਰ ਨੂੰ ਹੀ ਬਿਜ਼ਨਸ ਨੇ ਗਾਂ ਪਾਸ ਕਰ ਦੇਣੀ ਆ। ਸੋ ਉਸ ਲਿਹਾਜ਼ ਨਾਲ ਇਹ ਹੈ ਜੀ ਵੀ ਗੈਸ ਮਹਿੰਗੀ ਹੋਣ ਦਾ ਮਤਲਬ ਇਹ ਹੁੰਦਾ ਵੀ ਇਨਡਾਇਰੈਕਟਲੀ ਹੋਰ ਵੀ ਜਿਹੜੀਆਂ ਨਿਤ ਦਿਨ ਵਰਤੋਂ ਦੀਆਂ ਵਸਤਾਂ ਨੇ ਉਹ ਉਹਨਾਂ ਦੀ ਕੀਮਤ ਜਿਹੜੀ ਆ ਉਹ ਜਾਣੀ ਅੱਪ ਜਾਣੀ ਆ। ਸੋ ਹਜੇ ਜੋ ਸਿਚੁਏਸ਼ਨ ਕੋਵਿਡ ਕਰਕੇ ਵੀ ਬਣ ਰਹੀ ਆ ਵੀ ਕਾਫੀ ਸਾਰੇ ਕੰਟਰੀਜ਼ ਦੇ ਵਿੱਚ ਰਿਸਟ੍ਰਿਕਸ਼ਨਸ ਦੁਬਾਰਾ ਆ ਰਹੀਆਂ। ਸਾਡੇ ਵੀ ਇੱਥੇ ਮਾਸਕ ਜਿਹੜਾ ਦੁਬਾਰਾ ਸਕੂਲਾਂ ਦੇ ਵਿੱਚ ਆਉਣ ਦੀ ਚਰਚਾ ਕਿਤੇ ਕਿਤੇ ਹੁਣ ਸੁਣਨ ਨੂੰ ਮਿਲ ਜਾਂਦੀ ਆ। ਸੋ ਇਹ ਭਾਵੇਂ ਕਿ ਕੇਸਿਸ ਸਾਡੇ ਪ੍ਰੋਵਿੰਸ ਦੇ ਵਿੱਚ ਘਟ ਰਹੇ ਆ ਪਰ ਅਜੇ ਮਤਲਬ ਅਸਥਿਰਤਾ ਵਾਲਾ ਜਿਹੜਾ ਮਾਹੌਲ ਹੈ ਨਾ ਕੋਵਿਡ ਕਰਕੇ ਬਣਿਆ ਹੀ ਹੋਇਆ ਤਦ ਕਰਕੇ ਜਾਣੀ ਕਿ ਵੀ ਇਹ ਅਫੋਰਡੇਬਿਲਿਟੀ ਜਿਹੜੀ ਜੀ ਵੀ ਕਦੋਂ ਗਾਂ ਇਹ ਪ੍ਰਾਈਸਿਸ ਘਟਣਗੀਆਂ ਵੀ 2-2.5 ਸਾਲ ਪਹਿਲਾਂ ਵਾਲੀ ਸਥਿਤੀ ਤੇ ਦੁਬਾਰਾ ਵਾਪਸ ਪਰਤ ਆਉਣਗੀਆਂ ਕਿ ਜਾਂ ਲੋਕਾਂ ਨੂੰ ਇੱਥੇ ਕੀ ਯੂਜ਼ ਟੂ ਹੋਣਾ ਪਊਗਾ। ਸੋ ਇਹਦੀ ਗੱਲ ਜਿਹੜੀ ਆ ਜੀ ਵੀ ਇਹ ਇਲੈਕਸ਼ਨ ਕੈਂਪੇਨ ਦੇ ਦੌਰਾਨ ਹਜੇ ਕੋਈ ਬਹੁਤੀ ਖਾਸ ਸੁਣਨ ਨੂੰ ਨਹੀਂ ਮਿਲੀ ਆ ਪਰ ਕੁੱਲ ਮਿਲਾ ਕੇ ਇਹ ਜਿਹੜਾ ਹੈਲਥ ਕੇਅਰ ਤੇ ਐਜੂਕੇਸ਼ਨ ਤੇ ਥੋੜ੍ਹਾ ਜਿਹਾ ਜ਼ਿਆਦਾ ਜ਼ੋਰ ਕੱਲ੍ਹ ਸੁਣਨ ਨੂੰ ਮਿਲਿਆ ਸੀਗਾ। ਪਰ ਲੱਗ ਇਹ ਵੀ ਰਿਹਾ ਅਰਸ਼ ਵੀ ਇਹ ਜਿੱਦਾਂ ਨਾ ਵੀ ਆਪਾਂ ਕਹੀਏ ਵੀ ਟੋਰੋਂਟੋ ਡਾਊਨਟਾਊਨ ਦੇ ਵਿੱਚ ਕੋਈ ਕੈਂਡੀਡੇਟ ਕੰਪੇਨ ਕਰ ਰਹੇ ਨੇ ਉੱਥੇ ਲੋਕਾਂ ਦੀਆਂ ਲੋੜਾਂ ਐਕਸਪੈਕਟੇਸ਼ਨਸ ਗਵਰਨਮੈਂਟ ਤੋਂ ਥੋੜ੍ਹੀਆਂ ਡਿਫਰੈਂਟ ਨੇ ਤੇ ਜੇ ਇੱਥੇ ਪੀਲ ਰੀਜਨ ਦੇ ਵਿੱਚ ਫਰਜ਼ ਕਰੋ ਕੋਈ ਕੈਂਡੀਡੇਟ ਕੰਪੇਨ ਕਰ ਰਹੇ ਹੋਣ ਉਹ ਡਿਫਰੈਂਟ ਹੋ ਸਕਦੀਆਂ ਜਿੱਦਾਂ ਆਪਾਂ ਕਹਿੰਦੇ ਵੀ ਬਰੈਂਪਟਨ ਦਾ ਸਦਾ ਇਸ਼ੂ ਰਿਹਾ ਇੰਸ਼ੋਰੈਂਸ ਦਾ ਜੀ। ਬਾਕੀ ਦੇ ਜਿਹੜੇ MPPs ਆ ਓਨਟਾਰੀਓ ਦੇ ਵਿੱਚ ਉਹ ਨਹੀਂ ਕਹਿੰਦੇ ਵੀ ਸਾਡਾ ਕੋਈ ਪੋਸਟਲ ਕੋਡ ਡਿਸਕ੍ਰਿਮੀਨੇਸ਼ਨ ਇਸ਼ੂ ਆ ਜਾਂ ਇੰਸ਼ੋਰੈਂਸ ਕੋਈ ਬਹੁਤ ਵੱਡਾ ਇਸ਼ੂ ਆ। ਇੱਦਾਂ ਹੀ ਜਿਹੜੇ ਟੈਨੈਂਟਸ ਆ ਕਿਰਾਏਦਾਰ ਆ ਵੀ NDP ਤੇ ਲਿਬਰਲ ਸਦਾ ਉਹਨਾਂ ਦੇ ਹੱਕ ਦੇ ਵਿੱਚ ਤਰ੍ਹਾਂ ਦੀਆਂ ਫਲੈਕਸੀਬਿਲਿਟੀਜ਼ ਆ ਜਿਹੜੀਆਂ ਜੀ ਵੀ ਉਹ ਗੱਲ ਚੱਲਦੀ ਰਹਿੰਦੀ ਆ ਕਿਉਂਕਿ ਅਰਬਨ ਏਰੀਆਜ਼ ਦੇ ਵਿੱਚ ਸਪੈਸ਼ਲੀ ਟੋਰਾਂਟੋ ਡਾਊਨਟਾਊਨ ਦੇ ਵਿੱਚ ਜਿਹੜੇ ਟੈਨੈਂਟਸ ਆ ਉਹ ਜ਼ਿਆਦਾ ਆ ਪਰ ਹੁਣ ਇੱਥੇ ਬਰੈਂਪਟਨ ਦੇ ਵਿੱਚ ਪ੍ਰੋਪਰਟੀ ਓਨਰ ਜ਼ਿਆਦਾ ਆ ਤੇ ਜੇ ਟੈਨੈਂਟਸ ਨੂੰ ਜ਼ਿਆਦਾ ਫੈਸਿਲਿਟੀ ਦਿੱਤੀ ਜਾਊਗੀ ਤੇ ਪ੍ਰੋਪਰਟੀ ਓਨਰ ਜਿਹੜੇ ਆ ਨੈਚੁਰਲੀ ਉਹ ਨਾਰਾਜ਼ ਹੋਣਗੇ ਜੀ। ਸੋ ਵੀ ਜੇ ਟੋਰਾਂਟੋ ਡਾਊਨਟਾਊਨ ਵਾਲੀ ਜਿਹੜੀਆਂ ਪਾਲਿਸੀਜ਼ ਆ ਵੀ ਜਿਸ ਸਟਾਈਲ ਦੇ ਵਿੱਚ ਉੱਥੇ ਚੋਣ ਪ੍ਰਚਾਰ ਕੀਤਾ ਜਾਂਦਾ ਜਾਂ ਪਾਲਿਸੀਜ਼ ਲਿਆਂਦੀਆਂ ਜਾਂਦੀਆਂ
ਉਹਨਾਂ ਦਾ ਜਿਹੜਾ ਜੀ ਵੀ ਐਡਵਰਸ ਇਫੈਕਟ ਇੱਥੇ ਪੀਲ ਰੀਜਨ ਦੇ ਵਿੱਚ ਆਮ ਤੌਰ ਤੇ ਪੈਣ ਦੀ ਸੰਭਾਵਨਾ ਹੁੰਦੀ ਹੈ। ਖਾਸ ਤੌਰ ਤੇ ਇਹ ਐਜੂਕੇਸ਼ਨ ਦੇ ਸਿਲਸਿਲੇ ਦੇ ਵਿੱਚ ਆਪਾਂ ਦੇਖਾਂਗੇ ਤੇ ਇਹਦੇ ਨਾਲ ਹੀ ਵੀ ਜਾਣੀ ਕੁੱਲ ਮਿਲਾ ਕੇ ਹਾਈਵੇ 413 ਦੀ ਜਿਹੜੀ ਗੱਲ ਚੱਲਦੀ ਹੈ ਹਨਾ, ਉਹਦੇ ਵਿੱਚ ਵੀ ਜਾਣੀ ਸ਼ਹਿਰਾਂ ਦੇ ਵਿੱਚ ਉਹਦੀ ਲੋੜ ਨਹੀਂ ਹੈਗੀ, ਪਰ ਜੇਕਰ ਰੂਰਲ ਏਰੀਆਜ਼ ਦੇ ਵਿੱਚ ਹੁਣ ਜੇ ਪੋਪੂਲੇਸ਼ਨ ਜਿਹੜੀ ਆ ਉਹ ਖਿੰਡ ਰਹੀ ਆ ਤੇ ਨਚੁਰਲੀ ਆ, ਫਿਰ ਸੜਕਾਂ ਹਾਈਵੇਜ਼ ਤੇ ਇਨਫਰਾਸਟਰਕਚਰ ਦੀ ਤੇ ਲੋੜ ਹੈ ਹੀ ਆ। ਆਪਾਂ ਹੁਣ ਜੰਗਲਾਂ ਦੇ ਵਿੱਚ ਤਾਂ ਘਰ ਪਾ ਕੇ ਲੋਕਾਂ ਨੇ ਰਹੀ ਨਹੀਂ ਜਾਣਾ, ਫਿਰ ਸੜਕਾਂ ਨਾ ਬਣਾਈਏ ਵੀ ਕਿਤੇ ਹਨਾ। ਸੋ ਜਿਸ ਤਰੀਕੇ ਦੇ ਨਾਲ ਪਹਿਲਾਂ ਇਹ ਹਾਈਵੇਜ਼ ਬਣਦੇ ਆਏ ਆ, ਪਹਿਲਾਂ ਕਿਤੇ 401 ਬਣਿਆ, ਉਸ ਤੋਂ ਬਾਅਦ 410 ਬਣ ਗਿਆ ਜੀ, ਹੁਣ ਗਾ ਬਾਕੀ ਡਿਵੈਲਪਮੈਂਟ ਜਿੰਨੀ ਹੋਈ ਆ, ਹਾਈਵੇ 400 ਬਣਿਆ, 404 ਬਣਿਆ, ਉਸੇ ਸਟਾਈਲ ਦੇ ਵਿੱਚ ਗਾਂ 407 ਬਣ ਗਿਆ। ਚਲੋ ਨਿਕਲਿਆ ਤੇ ਬਾਅਦ ਦੇ ਵਿੱਚ ਭਾਵੇਂ ਸਕੈਂਡਲ ਵੀ ਵੇਚ ਹੀ ਦਿੱਤਾ, ਪਰ ਉਸ ਤੋਂ ਬਾਅਦ ਹੁਣ ਵਾਰੀ ਆ ਜਿਸ ਹਿਸਾਬ ਨਾਲ ਇਹ ਸਕੈਟਰਡ ਹੋ ਗਈ ਆ ਪਾਪੂਲੇਸ਼ਨ, ਵੀ ਗਾਂ ਕੋਈ ਹੋਰ ਹਾਈਵੇ ਵੀ ਬਣੇ, ਗ੍ਰਿਡ ਲੋਕ ਆ ਜਿਹੜਾ GTA ਦੇ ਵਿੱਚ ਘਟੇ। ਪਰ ਉਹ ਕਿਉਂਕਿ ਹੁਣ ਲਿਬਰਲ ਪਾਰਟੀ ਤੇ NDP ਦਾ ਸਖਤ ਵਿਰੋਧ ਕਰ ਰਹੇ ਆ ਤੇ ਹੁਣ ਪਰ ਇਹ ਜਿਹੜੇ ਹੁਣ ਬਰੈਂਪਟਨ ਜਾਂ ਫਿਰ ਖਾਸ ਤੌਰ ਤੇ ਇਹ ਕੈਲੇਡਨ ਦੇ ਵਿੱਚ ਟਰੱਕਿੰਗ ਦੇ ਨਾਲ ਜੁੜੇ ਹੋਏ, ਟਰਾਂਸਪੋਰਟੇਸ਼ਨ ਦੇ ਨਾਲ ਜੁੜੇ ਹੋਏ ਪ੍ਰੋਫੈਸ਼ਨਸ ਆ, ਉਹਨਾਂ ਦੇ ਦਿਲ ਤੇ ਗੱਲ ਬਹੁਤ ਲੱਗਦੀ ਆ ਵੀ ਹਾਈਵੇ ਨਵਾਂ ਕੋਈ ਹੋਣਾ ਚਾਹੀਦਾ। ਸੋ ਇਸ ਕਰਕੇ ਬਰੈਂਪਟਨ ਦੇ ਵਿੱਚ ਸਪੈਸ਼ਲੀ ਜਾਣੀ NDP ਤੇ ਲਿਬਰਲ ਕੈਂਡੀਡੇਟਸ ਜਿਹੜੇ ਆ, ਉਹਨਾਂ ਨੂੰ ਇੰਸ਼ੋਰੈਂਸ ਤੇ ਹਾਈਵੇ 413 ਦੇ ਸਿਲਸਿਲੇ ਦੇ ਵਿੱਚ ਕੁਝ ਸਪਸ਼ਟ ਜਵਾਬ ਦੇਣਾ ਜਿਹੜਾ ਜੀ ਲੋਕਾਂ ਵਾਸਤੇ ਔਖਾ ਹੋਇਆ ਆਪਣੀ ਪਾਰਟੀ ਦੀਆਂ ਪਾਲਿਸੀਜ਼ ਕਰਕੇ। ਸੋ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਿਲਸਿਲੇ 'ਚ ਕੁਝ ਚੇਂਜਸ ਹੁੰਦੀਆਂ ਕਿ ਨਹੀਂ, ਪਰ ਅੱਜ ਡੇ 3 ਆ ਇਲੈਕਸ਼ਨ ਕੈਂਪੇਨ ਦਾ ਜਿਹੜਾ ਕਿ ਜਾਰੀ ਹੈ। ਉਹਦੇ ਨਾਲ ਲੈਂਦੇ ਪਹਿਲੀ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ। ਸਤਿ ਸ਼੍ਰੀ ਅਕਾਲ ਜੀ, ਸੁਣਾਓ ਕੀ ਹਾਲ ਚਾਲ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਗੁੱਡ ਮਾਰਨਿੰਗ ਸਰ, ਤੁਹਾਡਾ ਪ੍ਰੋਗਰਾਮ ਦੇਖ ਕੇ ਦਿਲ ਖੁਸ਼ ਹੋ ਜਾਂਦਾ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਤੇ ਜੌਲ ਸਾਹਿਬ ਨਾਲ ਤੁਹਾਡੇ ਲੱਗੇ, ਗੁਰਮੇਲ ਸੰਧੂ ਬੋਲਦਾ ਜੀ। ਜੀ ਸੰਧੂ ਸਾਹਿਬ, ਇਹ ਇੰਸ਼ੋਰੈਂਸ ਦੀਆਂ ਜਿਹੜੀਆਂ ਜੀ ਗੱਲਾਂ ਆਪਾਂ ਕਰਦੇ, ਮੇਰੇ ਖਿਆਲ ਮੈਂ 1984 ਦਾ ਹੈ ਇੱਥੇ ਜੀ। ਮੇਰੇ ਖਿਆਲ ਕਾਰਾਂ ਦੀ ਇੰਸ਼ੋਰੈਂਸ ਨਹੀਂ ਕਿਸੇ ਪਾਸਿਓਂ ਵੀ ਘਟੀ ਜਾਣਗੀ। ਅੱਛਾ, ਉਦੋਂ ਦੀ ਗੱਲ ਕਰ ਰਹੇ ਹੋ? ਯਾਰ 86 ਤੋਂ ਪਹਿਲਾਂ ਵੀ ਹੋ ਸਕਦਾ, ਮੈਂ ਪਹਿਲਾਂ ਵੀ ਆਇਆ ਸੀ, ਪਰ 86 ਤੋਂ ਲੱਗਦਾ ਜੀ ਤਾਂ ਕਿਸੇ ਬੰਦੇ ਨੇ ਵੀ ਕਿਹਾ ਵੀ ਜੀ ਵੋਟਾਂ ਤਾਂ ਲੈਣੀਆਂ ਜੀ ਜੇ ਤੁਸੀਂ ਇੰਸ਼ੋਰੈਂਸ ਕਢਾਓਗੇ। ਮੇਰੇ ਖਿਆਲ ਨਹੀਂ, ਸਤਪਾਲ ਜੌਲ ਹੁਣੀ ਵੀ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਆ ਔਰ ਸਾਰੇ ਜਾਣਦੇ ਵੀ ਹਰ ਵਾਰੀ ਜਦੋਂ ਇਹ ਮੁੱਦਾ ਉੱਠਦਾ ਜੀ ਇੰਸ਼ੋਰੈਂਸ ਦਾ ਘਟਾ ਦੇਵਾਂ, ਮੇਰੇ ਖਿਆਲ ਜੀ ਅੱਜ ਤੱਕ ਨਹੀਂ ਘਟਿਆ। ਮੈਨੂੰ 33-34 ਸਾਲ ਹੋ ਗਏ, ਕਿਉਂਕਿ ਜੌਲ ਸਾਹਿਬ ਜੇ ਇਸ ਮੁੱਦੇ ਤੇ ਕਈ ਵਾਰੀ ਅਸੀਂ ਪੁੱਛਦੇ ਵੀ ਹਾਂ ਤਾਂ ਨੋ ਆਨਸਰ ਹਰ ਵਾਰੀ ਕਹਿੰਦੇ ਜੀ ਇੰਡੀਆ ਮੰਗੂ ਵੀ ਠੀਕ ਆ ਜੀ ਇੰਸ਼ੋਰੈਂਸ ਕਰਾਂਗੇ, ਪਰ ਇਹ ਬਿਊਰੋਕਰੇਸੀ ਆ ਜੀ, ਇਹਨਾਂ ਦੀ ਮੋਨੋਪੋਲੀ ਆ, ਇੰਸ਼ੋਰੈਂਸ ਕਿਤੇ ਨਹੀਂ ਘਟਦੀ। ਜੇ ਕਿਤੇ ਅਮਰੀਕਾ 'ਚ ਕੋਈ ਦੰਗੇ ਹੁੰਦੇ ਜਾਂ ਫਲਾਨਾ ਹੁੰਦਾ, ਉਹ ਕਹਿੰਦੇ ਜੀ ਅਸੀਂ ਤਾਂ ਸ਼ੇਅਰ ਕਰਨਾ ਜੀ, ਉੱਦਾਂ ਨਹੀਂ ਸ਼ੇਅਰ ਕੁਛ ਕਰਦੇ, ਇੰਸ਼ੋਰੈਂਸ ਬੜੀ ਸ਼ੇਅਰ ਕਰੀ ਜਾਂਦੇ ਜੀ। ਜੀ ਬਹੁਤ ਬਹੁਤ ਧੰਨਵਾਦ। ਦੇਖੋ ਜੇ ਕੋਈ ਮੈਂ ਗਲਤ ਕਹੀ ਤਾਂ ਸਤਪਾਲ ਸਾਹਿਬ ਜੌਲ ਨੂੰ ਪਤਾ ਜੀ, ਜੇ ਕੋਈ ਉੱਥੇ ਅਮਰੀਕਾ 'ਚ ਕੁਛ ਹੁੰਦਾ ਜੀ ਤਾਂ ਉਹ ਕਹਿੰਦੇ ਤੁਹਾਡੇ ਇੱਥੇ, ਜੇ ਅਸੀਂ ਕਹਿੰਦੇ ਸਾਡਾ ਤਾਂ ਯਾਰ ਕਦੀ ਜ਼ਿੰਦਗੀ 'ਚ ਐਕਸੀਡੈਂਟ ਹੀ ਨਹੀਂ ਹੋਇਆ, ਕਦੇ ਅਸੀਂ ਕਲੇਮ ਹੀ ਨਹੀਂ ਕੀਤਾ, ਈਵਨ ਦੈਨ ਤੁਹਾਡੀ ਹਰ ਸਾਲ ਇੰਸ਼ੋਰੈਂਸ ਵਧੀ ਜਾਂਦੀ ਜੀ। ਮੈਨੂੰ ਨਹੀਂ ਸਮਝ ਲੱਗਦੀ, ਹਰ ਵਾਰੀ ਅਸੀਂ ਇਹੋ ਕੁਐਸਚਨ ਹਰੇਕ ਆਪਣੇ MP ਨੂੰ ਹਰੇਕ ਨੂੰ ਪੁੱਛੀਦਾ ਜੀ, ਤਾਂ ਹਰ ਵਾਰੀ ਇੱਦਾਂ ਕਹਿੰਦੇ ਪਰ ਬਸ ਠੀਕ ਆ ਜੀ ਕਰਾਂਗੇ ਜ਼ਰੂਰ ਜੀ ਕਿਤੇ ਨਾ ਕਿਤੇ। ਤੇ ਮੇਰੇ ਖਿਆਲ ਮੈਨੂੰ ਇੱਥੇ 38 ਸਾਲ ਆਏ ਨੂੰ ਹੋ ਗਏ ਜੀ, ਇੱਥੇ ਮੇਰੇ ਖਿਆਲ ਇੱਥੇ ਕਿਸੇ ਨੇ ਕੀਤਾ ਨਹੀਂ ਜੀ। ਆ ਪੀਟਰ ਰੋਬਰਟ ਸਰ ਵੀ ਜਿਹੜੇ ਸੀ ਉਦੋਂ ਦੇ ਸ਼ੁਰੂ ਹੋਏ ਸੀ, ਕਿਤੇ ਮੇਰੇ ਜਦੋਂ ਕਦੇ ਆਏ ਆ, ਇਹ ਵੀ ਕਹਿੰਦੇ ਇੰਸ਼ੋਰੈਂਸ ਦਾ ਜ਼ਰੂਰ ਹੈ, ਬਾਕੀ ਕੋਈ ਰਹਿੰਦਾ ਰਹੇ ਜੀ। ਮੇਰੇ ਖਿਆਲ ਹੋਈ ਨਹੀਂ ਗੱਲਬਾਤ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਕਾਲਰ, ਥੈਂਕ ਯੂ ਸੋ ਮਚ ਭਾਈ, ਥੈਂਕ ਯੂ ਜੀ। ਜੀ ਜੌਲ ਸਾਹਿਬ। ਹਾਂ ਬਿਲਕੁਲ, ਦੇਖੋ ਪਿਛਲੇ 38 ਸਾਲਾਂ ਦੇ ਵਿੱਚ ਇਹਨਾਂ ਨੇ NDP ਗਵਰਨਮੈਂਟ ਵੀ ਫਿਰ ਦੇਖ ਲਈ ਹੋਊਗੀ 1990 ਤੋਂ ਲੈ ਕੇ 1995 ਤੱਕ, ਵੀ NDP ਨੂੰ ਮੌਕਾ ਨਹੀਂ ਮਿਲਿਆ। NDP ਦੀ ਮਤਲਬ ਧੜੱਲੇ ਨਾਲ 1990 ਦੇ ਵਿੱਚ ਸਰਕਾਰ ਜਿਹੜੀ ਆ ਬਣੀ ਗਈ ਸੀਗੀ। ਉਸ ਤੋਂ ਬਾਅਦ ਦੁਬਾਰਾ ਅੱਜ ਤੱਕ ਓਨਟਾਰੀਓ ਵਾਸੀਆਂ ਨੇ ਨਹੀਂ ਇਹਨਾਂ ਨੂੰ ਦੁਬਾਰਾ ਮੌਕਾ ਦਿੱਤਾ, ਤੇ ਹੁਣ ਇਸ ਦੇ ਪਤਾ ਨਹੀਂ ਕੀ ਕਾਰਨ ਰਹੇ ਹੋਣਗੇ, ਪਰ ਇਹਦੇ ਨਾਲ ਹੀ ਫਿਰ ਇਹਨਾਂ ਨੇ ਜਾਣੀ ਲਿਬਰਲ ਗਵਰਨਮੈਂਟ ਵੀ ਆ 15-16 ਸਾਲ ਤੇ ਪਿੱਛੇ ਹੀ ਦੇਖ ਲਈ ਆ, ਕੰਜ਼ਰਵੇਟਿਵ ਗਵਰਨਮੈਂਟ ਉਸ ਤੋਂ ਪਹਿਲਾਂ ਵੀ ਸੀਗੀ ਤੇ ਹੁਣ ਵੀ 4 ਸਾਲ ਹੋ ਗਏ ਆ। ਪਰ ਕੁੱਲ ਮਿਲਾ ਕੇ ਉਹ ਗੱਲ ਬੜੀ ਵੈਸੇ ਢੁਕਵੀਂ ਲੱਗਦੀ ਆ ਜਿਹੜੀ ਕਿ 16 ਸਾਲ ਬਰੈਂਪਟਨ ਵੈਸਟ ਤੋਂ MP ਰਹੇ ਵਿਕ ਢਿੱਲੋਂ ਨੇ ਆਪਾਂ ਨੂੰ 2018 ਦੇ ਵਿੱਚ ਹੀ ਦੱਸ ਦਿੱਤੀ ਸੀ, ਤੇ ਭੈਣ ਭਰਾਵਾਂ ਦੇ ਸਾਹਮਣੇ ਆਪਾਂ ਬਾਰ-ਬਾਰ ਰੱਖਦੇ ਵੀ ਰਹੇ ਕਿ ਭਈ ਸਰਕਾਰ ਕੋਈ ਵੀ ਆਵੇ ਇੰਸ਼ੋਰੈਂਸ ਨਹੀਂ ਘਟੂਗੀ, ਕਿਉਂਕਿ ਜਿਹੜਾ ਪ੍ਰੀਮੀਅਮ ਆਲਰੇਡੀ ਵੱਧਦਾ ਹੀ ਆ, ਉਹ ਕਿਹੜਾ ਸਰਕਾਰ ਤੋਂ ਪੁੱਛੇ ਤੋਂ ਬਿਨਾਂ ਵੱਧਦਾ। ਕੋਈ ਕੰਪਨੀ ਆਪੀ ਤਾਂ ਪ੍ਰੀਮੀਅਮ ਵਧਾ ਨਹੀਂ ਸਕਦੀ, ਪਰਮਿਸ਼ਨ ਲੈਣੀ ਪੈਂਦੀ ਗਵਰਨਮੈਂਟ ਕੋਲ ਆਪਣਾ ਕੇਸ ਪੇਸ਼ ਕਰਕੇ ਵੀ ਇੰਨੀ ਸਾਨੂੰ ਲੋੜ ਆ ਵਧਾਉਣ ਦੀ, ਤੇ ਗਵਰਨਮੈਂਟ ਉੱਤੇ ਸਹੀ ਪਾਉਂਦੇ ਆ ਕਿ ਹਾਂਜੀ ਵਧਾ ਲਓ ਤੇ ਤਾਂ ਵੱਧਦਾ ਪ੍ਰੀਮੀਅਮ। ਤੇ ਜੇ ਇੱਕ ਪਾਸੇ ਗਵਰਨਮੈਂਟ ਦਾ ਡੋਰ ਟੂ ਡੋਰ ਇਲੈਕਸ਼ਨ ਵੇਲੇ ਪ੍ਰੋਮਿਸ ਆ ਵੀ ਅਸੀਂ ਘਟਾਵਾਂਗੇ, ਤੇ ਫਿਰ ਉਹ ਵਧਾਉਣ ਦੀ ਪਰਮਿਸ਼ਨ ਆਪੇ ਹੀ ਨਾਲੇ ਦੇ ਦਿੰਦੇ ਆ ਬਾਅਦ ਚ ਸਰਕਾਰ ਬਣਾ ਕੇ। ਸਰਕਾਰ ਹੋਵੇ ਕਿਸੇ ਪਾਰਟੀ ਦੀ ਵੀ, ਆ ਕੰਜ਼ਰਵੇਟਿਵ ਚ ਵੀ ਏਦਾਂ ਹੀ ਹੁੰਦਾ ਰਿਹਾ, ਤੇ ਇਸ ਤੋਂ ਪਹਿਲਾਂ ਲਿਬਰਲ ਚ ਵੀ ਹੁੰਦਾ ਰਿਹਾ, ਤੇ ਬਾਕੀ ਦੀਆਂ ਸਾਰੀਆਂ ਸਰਕਾਰਾਂ ਤੁਸੀਂ ਜਾਣਦੇ ਹੀ ਹੋ ਜੇ 38 ਸਾਲ ਤੋਂ ਇੱਥੋਂ ਹੋ, ਤੇ ਉਹਦੇ ਵਿੱਚ NDP ਦੀ ਵੀ ਤਾਂ ਰਹੀ ਆ ਸਰਕਾਰ।
ਸੋ ਇਸ ਕਰਕੇ ਇਹ ਆ ਜੀ ਵੀ ਉਹ ਵਿਕਟ ਢਿੱਲੋਂ ਜਿਹੜੀ ਗੱਲ ਕਹਿੰਦੇ ਸੀ ਵੀ ਕੋਈ ਪਾਰਟੀ ਦੀ ਸਰਕਾਰ ਵੀ ਆ ਜਾਏ ਇੰਸ਼ੋਰੈਂਸ ਨਹੀਂ ਘਟੂਗੀ। ਹੁਣ ਜੇ ਤੁਸੀਂ 2018 ਤੋਂ ਜਦੋਂ ਤੋਂ ਆਹ ਸਰਕਾਰ ਬਣੀ ਆ, ਇੰਸ਼ੋਰੈਂਸ ਦੇ ਸਿਲਸਿਲੇ ਦੇ ਵਿੱਚ ਇਹਨਾਂ ਦੀਆਂ ਅਨਾਉਂਸਮੈਂਟਸ ਦੇਖ ਲਓ ਤੇ 15 ਸਾਲ ਦੀਆਂ ਲਿਬਰਲ ਪਾਰਟੀ ਦੀਆਂ ਅਨਾਉਂਸਮੈਂਟਸ ਦੇਖ ਲਓ, ਸਿਮਿਲਰ ਆ। ਉਹ ਵੀ ਕਹਿੰਦੇ ਸੀ ਫਰਾਡ ਘਟਾਵਾਂਗੇ। ਇਹਨਾਂ ਨੇ ਵੀ ਜਿਹੜਾ ਹੁਣ ਬਜਟ ਆ ਡਰਾਫਟ ਪੇਸ਼ ਕੀਤਾ, ਫਰਾਡ ਘਟਾਵਾਂਗੇ। ਉਹ ਵੀ ਕਹਿੰਦੇ ਸੀਗੇ ਵੀ ਇੰਸ਼ੋਰੈਂਸ ਕੰਪਨੀਆਂ ਦਾ ਕੰਪੀਟੀਸ਼ਨ ਵਧਾਵਾਂਗੇ, ਕੰਪੀਟੀਸ਼ਨ ਹੋਊਗਾ ਤੇ ਲੋਕਾਂ ਨੂੰ ਸਸਤੀ ਇੰਸ਼ੋਰੈਂਸ ਮਿਲੂਗੀ। ਇਹਨਾਂ ਨੇ ਵੀ ਇਸ ਬਜਟ ਦੇ ਵਿੱਚ ਬਿਲਕੁਲ ਇਹੀ ਗੱਲ ਲਿਖੀ ਆ ਵੀ ਕੰਪੀਟੀਸ਼ਨ ਅਸੀਂ ਵਧਾ ਰਹੇ ਹਾਂ ਕੰਪਨੀਆਂ ਦਾ, ਹਨਾ। ਸੋ ਇਸ ਬਜਟ ਦੇ ਵਿੱਚ ਇਨ ਇੰਸ਼ੋਰੈਂਸ ਬਾਰੇ, ਆਊਟੋ ਇੰਸ਼ੋਰੈਂਸ ਬਾਰੇ ਗੋਲ-ਮੋਲ ਗੱਲਾਂ ਉਹੀ ਕੀਤੀਆਂ ਗਈਆਂ ਜਿਹੜੀਆਂ ਕਿ ਪਿਛਲੇ 15 ਸਾਲ ਲਿਬਰਲ ਪਾਰਟੀ ਦੇ ਸਰਕਾਰ ਦੇ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਜੀ। ਸੋ ਇਦਾਂ ਹੀ ਪੋਸਟਲ ਕੋਡ ਦੇ ਸਿਲਸਿਲੇ ਦੇ ਵਿੱਚ ਆਪਾਂ ਦੇਖਿਆ ਵੀ ਉਹ ਗਿੱਲਾ ਪੀਣ ਪ੍ਰਾਈਵੇਟ ਮੈਂਬਰ ਦਾ ਪਾਇਆ ਹੋਇਆ ਤੇ ਉਹ ਪ੍ਰਾਈਵੇਟ ਮੈਂਬਰ ਸਾਹਿਬ ਕਦੀ ਬਾਅਦ ਦੇ ਵਿੱਚ ਬੋਲੇ ਹੀ ਨਹੀਂ ਵੀ ਉਹ ਗਿੱਲੇ ਪੀਣ ਦਾ ਬਣਿਆ ਕਿ ਕਿੰਨਾ ਕੁ ਛੱਟ ਹੋਇਆ, ਕਿੱਥੇ ਕੋ ਰਹਿ ਗਿਆ। ਸੋ ਕੁੱਲ ਮਿਲਾ ਕੇ ਇਹ ਆ ਜੀ ਵੀ ਇੰਸ਼ੋਰੈਂਸ ਗੱਲ ਉਹ ਵਿਕਟ ਢਿੱਲੋਂ ਹੋਣਾ ਨੇ ਜੋ ਸਿੱਟਾ ਕੱਢਿਆ, ਚਲੋ 15-16 ਸਾਲ ਤੇ ਉਹ ਵੀ ਨਹੀਂ ਬੋਲੇ। ਉਹਨਾਂ ਨੂੰ ਅਸੀਂ ਪੁੱਛਦੇ ਹੁੰਦੇ ਸੀ ਬਾਰ-ਬਾਰ, ਹਾਂਜੀ ਕੀ ਕਰ ਰਹੇ ਹੋ ਜੀ, ਆਟੋ ਇੰਸ਼ੋਰੈਂਸ ਬੜੇ ਪਿਸ ਰਹੇ ਆ ਲੋਕ, ਕਰ ਰਹੇ ਆ ਜੀ, ਹੋ ਰਿਹਾ ਆ ਜੀ, ਜਿੰਨਾ ਚਿਰ ਉਹ MP ਸੀਗੇ, ਹਨਾ, MPP ਸੀਗੇ। ਅੱਛਾ, ਜਦੋਂ ਉਹ ਲੈ ਗਏ ਉਸ ਤੋਂ ਬਾਅਦ ਉਹਨਾਂ ਨੇ ਹਾਂ ਗੱਲ ਕੱਢ ਕੇ ਲਿਆਂਦੀ, ਦੱਸੀ ਸਾਨੂੰ ਆਪਣੇ ਤਜਰਬੇ ਦੇ ਲਿਹਾਜ਼ ਨਾਲ ਵੀ ਅਸੀਂ ਪੋਜੀਸ਼ਨ ਦੇ ਹੁੰਦੇ ਆ, ਕਈ ਵਾਰੀ ਨਹੀਂ ਵੀ ਬੋਲ ਸਕਦੇ ਪੋਲਿਟੀ, ਕਿਉਂਕਿ MPP ਦਾ ਕੰਮ ਤੇ ਉੱਥੇ ਜਾ ਕੇ ਬੱਲੇ-ਬੱਲੇ ਕਰਾਉਣਾ ਹੁੰਦਾ ਨਾ, ਜਿਹੜੀ ਗਵਰਨਮੈਂਟ ਆ, ਜਿਹੜੇ ਪ੍ਰੀਮੀਅਰ ਆ। ਇਲੈਕਸ਼ਨ ਵੇਲੇ ਜਦੋਂ ਵੋਟਾਂ ਪੈਣੀਆਂ ਉਦੋਂ ਆਪਾਂ ਲੋਕਾਂ ਦੇ ਵਿੱਚੋਂ ਆ, ਲੋਕਾਂ ਦੇ ਆ, ਮੈਨੂੰ ਸਾਰੇ ਤੁਹਾਡੇ ਮਸਲਿਆਂ ਦਾ ਪਤਾ, ਉੱਥੇ ਜਾ ਕੇ ਮੈਂ ਬੱਲੇ-ਬੱਲੇ ਕਰ ਦੂੰ। ਤੇ ਜਦੋਂ ਮੈਂ ਇਲੈਕਟ ਹੋ ਗਿਆ, ਕੁਰਸੀ ਤੇ ਜਾ ਕੇ ਬਹਿ ਗਿਆ, ਤੇ ਫਿਰ ਸਾਰਾ ਕੁਝ ਪਾਰਟੀ ਦੇ ਲੀਡਰ ਤੇ ਡਿਪੈਂਡ ਕਰਨਾ, ਪਾਰਟੀ ਤੇ ਡਿਪੈਂਡ ਕਰਨਾ, ਫਿਰ ਮੇਰੇ ਹੱਥ ਵੱਸ ਕੁਛ ਨਹੀਂ ਆ। ਫਿਰ ਮੈਂ ਉਹੀ ਬੋਲਣਾ ਜੋ ਲੀਡਰ ਕਰੂ, ਮੈਂ ਉਹੀ ਬੋਲਣਾ ਜੋ ਪਾਰਟੀ ਦੀ ਪਾਲਿਸੀ ਹੋਊਗੀ। ਤੇ ਮੈਂ ਇਲੈਕਸ਼ਨ 'ਚ ਕੀ ਕਿਹਾ ਸੀ ਲੋਕਾਂ ਨੂੰ ਵੀ ਮੈਂ ਤੁਹਾਡੇ ਵਿੱਚੋਂ ਆ, ਮੇਰਾ ਸਾਥ ਦਿਓ ਤੇ ਮੈਂ ਤੁਹਾਡੀ ਉੱਥੇ ਜਾ ਕੇ ਬੱਲੇ-ਬੱਲੇ ਕਰ ਦੂੰ, ਤੁਹਾਡੇ ਸਾਰੇ ਮਸਲਿਆਂ ਦਾ ਮੈਨੂੰ ਪਤਾ। ਉੱਥੇ ਜਾ ਕੇ ਇਲੈਕਸ਼ਨ ਹੋਣ ਤੋਂ ਬਾਅਦ, ਬਣਨ ਤੋਂ ਬਾਅਦ ਜਿੰਨੀ ਕੁ ਬੱਲੇ-ਬੱਲੇ ਹੋ ਰਹੀ ਆ ਪਿਛਲੇ 38 ਸਾਲਾਂ ਤੋਂ ਇਹ ਜਾਣਦੇ ਆ ਤੇ ਬਾਕੀ ਸਾਰੇ ਭੈਣ ਭਰਾ ਵੀ ਜਾਣਦੇ ਹੀ ਆ। ਸੋ ਕੁੱਲ ਮਿਲਾ ਕੇ ਇਹ ਆ ਜੀ ਵੀ ਇਹ ਇੰਸ਼ੋਰੈਂਸ ਦੇ ਸਿਲਸਿਲੇ ਦੇ ਵਿੱਚ ਸਿਰਫ ਇਹ ਬਰੈਂਪਟਨ ਦਾ ਹੀ ਪੱਖ ਦਾ ਇਸ਼ੂ ਰਹਿੰਦਾ, ਉਹਨਾਂ ਚਿਰ ਓਨਟਾਰੀਓ ਦੀ ਵਿਧਾਨ ਸਭਾ ਦੇ ਵਿੱਚ ਬਹੁਤਾ ਕੁਝ ਹੋਣਾ ਨਹੀਂ ਇਸ ਦੇ ਬਾਰੇ 'ਚ, ਕਿਉਂਕਿ ਬਾਕੀ ਦੇ ਜਿਹੜੇ ਪ੍ਰੋਵਿੰਸ ਦੇ ਵਿੱਚ MPPs ਹੈਗੇ ਆ ਉਹ ਇਸ ਨੂੰ ਕੋਈ ਵੱਡਾ ਇਸ਼ੂ ਸਮਝਦੇ ਹੀ ਨਹੀਂਗੇ। ਸੋ ਇਹ ਇੰਸ਼ੋਰੈਂਸ ਦਾ ਇਸ਼ੂ ਬਰੈਂਪਟਨ ਦਾ ਸਪੈਸੀਫਿਕ ਇਸ਼ੂ ਆ, ਇਸ ਤੋਂ ਵੱਡੀ ਪ੍ਰੋਵਿੰਸ ਦੇ ਵਿੱਚ ਹੋਰ ਕਿਤੇ ਦੂਰ ਦਰਾਡੇ ਇਹਦੇ ਬਾਰੇ ਕੋਈ ਗੱਲ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਗੱਲ ਚੱਲ ਰਹੀ ਹੈ ਇੰਸ਼ੋਰੈਂਸ ਦੀ, ਆਟੋ ਇੰਸ਼ੋਰੈਂਸ ਦੀ। ਅਸੀਂ ਜਿੰਨੀ ਵੀ ਡਿਮਾਂਡ ਸਾਡੇ ਲੋਕਾਂ ਵੱਲੋਂ ਹੁੰਦੀ ਹੈ, ਮੇਰਾ ਖਿਆਲ ਆ ਉਹ ਸਹੀ ਨਹੀਂ ਹੋ ਰਹੀ। ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਦਾ। ਕਦੀ ਤਾਂ ਬਰੈਂਪਟਨ ਦੇ ਵਿੱਚੋਂ ਆ ਜਾਂਦੇ ਜੀ, ਬਰੈਂਪਟਨ ਦੇ ਵਿੱਚ ਇੰਸ਼ੋਰੈਂਸ ਬਹੁਤ ਜ਼ਿਆਦਾ ਹੈ, ਚਲੋ ਜੇ ਬਰੈਂਪਟਨ ਦੀ ਘੱਟ ਕਰ ਦੇਣਗੇ ਦੂਜਿਆਂ ਨੇ ਵੱਧ ਜੂ। ਪਰ ਮੈਂ ਸ਼ਾਰਟ ਕਰਦਾ ਹਾਂ ਕਿ ਜਿਹੜੀ ਅਸਲੀ ਪ੍ਰੋਬਲਮ ਹੈਗੀ ਜਦੋਂ ਬਾਬਰੇ ਦੀ ਸਰਕਾਰ ਆਈ ਹੈ, ਉਸ ਟਾਈਮ ਤੇ ਵੀ ਇੰਸ਼ੋਰੈਂਸ ਦਾ ਮੁੱਦਾ ਬੜਾ ਭਖਿਆ ਸੀ। ਉਦੋਂ ਮੈਂ ਕਹੂੰਗਾ ਬਾਬਰੇ ਨੂੰ ਮੈਂ ਉਹਨਾਂ ਦੋਸ਼ ਨਹੀਂ ਦਿੰਦਾ, ਪਰ ਉਹਨੂੰ ਕੰਪਨੀਆਂ ਨੇ ਟ੍ਰਿਕ ਕੀਤਾ। ਉਹਨਾਂ ਨੇ ਕਿਹਾ ਜੀ ਅਸੀਂ ਇੰਸ਼ੋਰੈਂਸ ਘਟਾ ਦਿੰਦੇ ਹਾਂ, ਅਸੀਂ ਨੋ ਫਾਲਟ ਇੰਸ਼ੋਰੈਂਸ ਇੰਟਰੋਡਿਊਸ ਕਰਦੇ ਹਾਂ। ਨੋ ਫਾਲਟ ਦਾ ਕੀ ਮਤਲਬ ਹੈ ਵੀ ਦੋ ਪਾਰਟੀਆਂ ਦਾ ਐਕਸੀਡੈਂਟ ਹੋ ਗਿਆ ਔਰ ਉਹਦੇ ਦੋਨਾਂ ਦੇ ਹੀ ਉਹ ਕਲੇਮ ਗਿਣੇ ਜਾਣਗੇ, ਚਾਹੇ ਤੁਹਾਡਾ ਫਾਲਟ ਹੈ ਜਾਂ ਨਹੀਂ। ਜਦੋਂ ਦੂਜੀ ਵਾਰ ਹੋ ਗਿਆ, ਬਾਈ ਚਾਂਸ ਫੇਰ ਹੋ ਗਿਆ, ਤਾਂ ਦੋਨਾਂ ਨੇ ਉਹਨਾਂ ਨੇ ਦੋਨਾਂ ਦੀ ਵਧਾ ਦੇਣੀ ਹੈ। ਅਸਲ ਪ੍ਰੋਬਲਮ ਇਹ ਹੈਗੀ ਹੈ ਵੀ ਜਿਹੜਾ ਵੀ ਫਾਲਟ ਕਰਦਾ, ਜਿਹਦਾ ਫਾਲਟ ਹੈ, ਉਹਦੀ ਇੰਸ਼ੋਰੈਂਸ ਵਧਣੀ ਚਾਹੀਦੀ ਹੈ। ਇਹਨਾਂ ਕੰਪਨੀਆਂ ਕੋਲੇ ਡਬਲ ਐਜ ਸਵਾਰਡ ਹੈ, ਉਹ ਦੋਨਾਂ ਦੀ ਇੰਸ਼ੋਰੈਂਸ ਵਧਾ ਦਿੰਦੇ ਆ ਜੀ। ਹੁਣ ਸਾਨੂੰ ਚਾਹੀਦਾ ਇਹ ਹੈ ਵੀ ਜਦੋਂ ਅਸੀਂ ਉਹਨਾਂ ਤੋਂ ਡਿਮਾਂਡ ਕਰਦੇ ਹਾਂ, ਉਹਨਾਂ ਨੂੰ ਇਹ ਚਾਹੀਦਾ ਕਹਿਣਾ ਕਿ ਸਾਡੀ ਜਿਹੜੀ ਨੋ ਫਾਲਟ ਇੰਸ਼ੋਰੈਂਸ ਹੈ ਇਹਨੂੰ ਖਤਮ ਕਰੋ, ਫਿਰ ਸਾਡੀ ਪ੍ਰੋਬਲਮ ਸੋਲਵ ਹੁੰਦੀ ਹੈ। ਉਹਦੇ ਨਾਲ ਜਿਹੜੇ ਅੱਜ ਜਿਨ੍ਹਾਂ ਦੀ ਗਲਤੀ ਹੁੰਦੀ ਹੈ ਉਹ ਤਾਂ ਆਰਾਮ ਨਾਲ ਕਹਿੰਦੇ ਚਲੋ ਜੀ ਮੇਰੀ ਗਲਤੀ ਹੈ ਮੈਂ ਪੇ ਕਰ ਦਿੰਦਾ, ਤੇ ਜਿਨ੍ਹਾਂ ਦੀ ਗਲਤੀ ਹੁੰਦੀ ਨਹੀਂ, ਵਾਈ ਦੇ ਆਰ ਬੀਇੰਗ ਪੀਨਾਲਾਈਜ਼ਡ ਜੀ। ਅਸਲ ਮੁੱਦਾ ਇਹ ਹੈ, ਇਹਨਾਂ ਨੂੰ ਜਿੰਨੀ ਮਰਜ਼ੀ ਇਹ ਕੰਪੀਟੀਸ਼ਨ ਵਧਾ ਦੇਣ, ਹੋਰ ਵਧਾ ਦੇਣ, ਤੇ ਕੰਪਨੀਆਂ ਨੇ ਬਿਲਕੁਲ ਨਹੀਂ ਸੁਧਰਨਾ। ਉਹਨਾਂ ਨੇ ਇਹ ਇੰਸ਼ੋਰੈਂਸ ਵਧਾਉਣੀ ਹੈ। ਉਹਦਾ ਇੱਕੋ ਹੀ ਇਲਾਜ ਆ, ਜਾਂ ਤਾਂ ਨਾਲ ਇਹ ਜਿਹੜੀ ਗੌਰਮੈਂਟ ਦੀ ਆਟੋ ਇੰਸ਼ੋਰੈਂਸ ਗੌਰਮੈਂਟ ਆਪ ਸ਼ੁਰੂ ਕਰੇ ਤੇ ਕੰਪਨੀਆਂ ਨੂੰ ਵੀ ਦੇ ਦੇਵੇ, ਜਿਵੇਂ ਕਿ ਕਿਊਬਿਕ ਦੇ ਵਿੱਚ ਹੈ। ਹੁਣ ਤੁਸੀਂ ਕਿਊਬਿਕ ਦੇ ਨਾਲ ਸਾਡੀ ਇੰਸ਼ੋਰੈਂਸ ਓਨਟਾਰੀਓ ਤੇ ਕਿਊਬਿਕ ਦੀ
ਕੰਪੇਅਰ ਕਰ ਲਓ। ਕਿਊਬਿਕ ਦੇ ਜਿਹੜੇ ਡਰਾਈਵਰ ਆ ਉਹ ਕਿੰਨੇ ਕੁ ਬੈਟਰ ਹੋਣਗੇ ontario ਦੀ ਗਵਰਨਮੈਂਟ ਆਪਣੇ ontario ਦੇ ਡਰਾਈਵਰਾਂ ਨਾਲ। ਅਸਲ ਮੁੱਦਾ ਸਾਡੇ ਹੈਗਾ ਨੋ ਫਾਲਟ ਦਾ, ਇਹ ਖਤਮ ਹੋਣੀ ਚਾਹੀਦੀ ਹੈ। ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਕਾਲ, thank you. ਥੈਂਕ ਯੂ ਜੀ। ਜੋਲ ਸਾਹਿਬ ਨਹੀਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਬਹੁਤ ਧੰਨਵਾਦ। ਇਹ ਇੱਕ ਫੈਕਟਰ ਹੈ ਇੰਪੋਰਟੈਂਟ ਨੋ ਫਾਲਟ ਦਾ। ਵੀ ਆ ਭੈਣ ਭਰਾਵਾਂ ਦੇ। ਪਰ ਦੂਸਰੇ ਪਾਸੇ ਦੇਖੋ ਨਾ ਵੀ ਜਿਹੜੇ 20-30 ਸਾਲਾਂ ਤੋਂ ਜਿਹਨਾਂ ਨੂੰ ਕਦੀ ਕੋਈ ਟਿਕਟ ਨਹੀਂ ਮਿਲੀ, ਕਦੀ ਕੋਈ ਕਲੇਮ ਨਹੀਂ ਕੀਤਾ ਇੰਸ਼ੋਰੈਂਸ ਤੇ, ਉਹਨਾਂ ਦੀ ਵੀ ਹਰ ਸਾਲ ਵੱਧ ਜਾਂਦੀ ਹੈ ਨਾ। ਜਦ ਹੋਏ ਵੀ ਉਹਨਾਂ ਦੀ ਉੱਥੇ ਹੀ ਖੜੀ ਜਿਨ੍ਹਾਂ ਨੇ ਕਦੀ ਕੋਈ ਕਲੇਮ ਨਹੀਂ ਲਿਆ। ਰਾਈਟ, ਮਤਲਬ ਇਹ ਪੀਨਲਾਈਜ਼ ਤਾਂ ਹਰ ਇੱਕ ਰੈਜ਼ੀਡੈਂਟ ਨੂੰ ਹੀ ਕੀਤਾ ਜਾਂਦਾ, ਵੀ ਭਾਵੇਂ ਉਹਨੇ ਕਦੀ ਕੋਈ ਕਲੇਮ ਲਿਆ, ਭਾਵੇਂ ਉਹਨੇ ਕਦੀ ਉਹਦੀ ਟਿਕਟ ਹੋਈ, ਕੋਈ ਕਿਸੇ ਵੀ ਤਰ੍ਹਾਂ ਦੀ ਉਹਦੀ ਕਨਵਿਕਸ਼ਨ ਹੋਈ, ਭਾਵੇਂ ਨਹੀਂ ਹੋਈ, ਭਾਵੇਂ ਬਿਲਕੁਲ ਕਲੀਨ ਬੈਠਾ, ਉਹਨੂੰ ਫੇਰ ਵੀ ਜਾਣ ਕੇ ਵੱਧ ਕੇ ਨੈਕਸਟ ਈਅਰ ਜਿਹੜੀ ਆ ਉਹਦੀ ਰਿਨਿਊਅਲ ਆ ਉਹ ਆ ਜਾਣੀ ਆ ਚਿੱਠੀ। ਸੋ ਇਸ ਕਰਕੇ ਇਹ ਆ ਜੀ ਵੀ ਇਹ ਕੁੱਲ ਮਿਲਾ ਕੇ ਸਾਰੀਆਂ ਹੀ ਪੋਲੀਟੀਕਲ ਪਾਰਟੀਜ਼ ਇੰਸ਼ੋਰੈਂਸ ਦਾ ਰੌਲਾ ਪਾ ਕੇ ਆਪਣੀਆਂ ਸੀਟਾਂ ਕੁਰਸੀਆਂ ਤੇ ਬਹੁਤ ਲੋਕਾਂ ਨੇ ਵੱਡੀਆਂ ਕਰ ਲਈਆਂ ਹੋਣਗੀਆਂ, ਬਹੁਤ ਉਹਨਾਂ ਦੇ ਚੇਲੇ ਬਾਲਕਾਂ ਨੇ ਵੀ ਜੀ ਆਪਣੀਆਂ ਕੁਰਸੀਆਂ ਲੈ ਲਈਆਂ ਹੋਣਗੀਆਂ ਜੀ। ਪਰ ਲੋਕ ਤੇ ਉੱਥੋਂ ਦੇ ਉੱਥੇ ਠੋਕਰਾਂ ਖਾ ਰਹੇ ਆ ਜੀ, ਜਿਨ੍ਹਾਂ ਨੇ ਬਹੁਤ ਵੱਡੇ ਨਾਅਰੇ ਮਾਰੇ ਸੀਗੇ। ਤੁਹਾਡੇ ਸਾਹਮਣੇ ਹੀ ਆ ਸਭ ਕੁਝ ਜੋ ਕੁਝ ਹੋ ਰਿਹਾ। ਸੋ ਕਹਿਣ ਦਾ ਮਤਲਬ ਇਹ ਆ ਵੀ ਪੋਲੀਟੀਕਲ ਪਾਰਟੀਜ਼ ਹੋਣ, ਭਾਵੇਂ ਕੈਂਡੀਡੇਟਸ ਹੋਣ, ਲੱਗਦਾ ਇਹ ਆ ਵੀ ਉਹਨਾਂ ਦੀ ਇਸ ਇੰਸ਼ੋਰੈਂਸ ਦੇ ਬਾਰੇ 'ਚ ਦੋ ਮੂੰਹੀ ਪਾਲਿਸੀ ਆ, ਕੋਈ ਦੋ ਮੂੰਹੀ। ਲੋਕਾਂ ਵਾਸਤੇ ਉਹਨਾਂ ਦਾ ਮੂੰਹ ਕੁਝ ਹੋਰ ਆ, ਜਦੋਂ ਉਹਨਾਂ ਨੇ ਇਲੈਕਟ ਹੋ ਜਾਣਾ ਉਦੋਂ ਉਹਨਾਂ ਦਾ ਮੂੰਹ ਉਸੇ ਵੇਲੇ ਜਿਹੜਾ ਜੀ ਉਹ ਚੇਂਜ ਹੋ ਜਾਂਦਾ ਉੱਥੇ ਅੰਦਰ ਜਾ ਕੇ। ਕਿਉਂਕਿ ਇੰਸ਼ੋਰੈਂਸ ਕੰਪਨੀ ਲੱਖ ਵਾਰੀ ਵਧਾਉਣਾ ਚਾਹਵੇ ਪ੍ਰੀਮੀਅਮ, ਜਿੰਨਾ ਚਿਰ ਗਵਰਨਮੈਂਟ ਅਲਾਓ ਨਹੀਂ ਕਰੂਗੀ ਉਹ ਨਹੀਂ ਵੱਧ ਸਕਦੀ। ਹੁਣ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਤੇ ਉਹ ਹਰ ਸਾਲ ਨਾਲੇ ਉਹਨਾਂ ਨੂੰ ਪਰਮਿਸ਼ਨ ਦਿੰਦੇ ਵਧਾਉਣ ਦੀ ਵੀ ਵਧਾ ਲਓ, ਉਹ ਨਾਲੇ ਇਲੈਕਸ਼ਨ 'ਚ ਆ ਕੇ ਕਹਿ ਦਿੰਦੇ ਵੀ ਅਸੀਂ ਘਟਾਵਾਂਗੇ। ਤੇ ਕਿੱਥੇ ਘਟ ਰਹੀ ਹੈ ਜੀ ਦੱਸੋ ਫਿਰ? ਤੇ ਜਿਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ, ਕੋਈ ਐਕਸੀਡੈਂਟ ਨਹੀਂ ਕੀਤਾ, ਕੋਈ ਟਿਕਟ ਨਹੀਂ ਲਈ, ਤੇ ਉਹਨਾਂ ਦੀ ਕੀ ਗੱਲ ਉੱਥੇ ਹੀ ਇੰਸ਼ੋਰੈਂਸ ਖੜੀ, ਕਦੀ ਵਧੀ ਨਹੀਂ, ਹਰ ਸਾਲ ਵੱਧਦੀ ਹੈ। ਸੋ ਇਸ ਕਰਕੇ ਇਹ ਫਿਰ ਕਹਿਤਾ ਜਾਂਦਾ ਵੀ ਪ੍ਰਾਈਵੇਟ ਬਿਜ਼ਨਸ ਆ ਜੀ, ਇੰਸ਼ੋਰੈਂਸ ਬਹੁਤਾ ਕੁਝ ਗਵਰਨਮੈਂਟ ਉਹਦੇ ਵਿੱਚ ਕਰ ਨਹੀਂ ਸਕਦੀ, ਦਖਲ ਨਹੀਂ ਦੇ ਸਕਦੀ, ਜ਼ਿਆਦਾ ਅਸੀਂ ਸਖਤੀਆਂ ਕਰਾਂਗੇ। ਕਈ MPP ਸਾਨੂੰ ਦੱਸਦੇ ਆ ਨਾ, ਜ਼ਿਆਦਾ ਸਖਤੀਆਂ ਕਰਾਂਗੇ ਫਿਰ ਕੰਪਨੀਆਂ ਇੱਥੋਂ ਛੱਡ ਕੇ ਚਲੇ ਜਾਣਗੀਆਂ, ਕੰਪੀਟੀਸ਼ਨ ਹੋਰ ਘੱਟ ਜਾਊਗਾ ਤੇ ਇੰਸ਼ੋਰੈਂਸ ਲੋਕਾਂ ਨੂੰ ਹੋਰ ਮਹਿੰਗੀ ਮਿਲਣ ਲੱਗ ਪਊਗੀ। ਪਰ ਇਲੈਕਸ਼ਨ ਕੰਪੇਨ ਦੇ ਵਿੱਚ ਇਹ ਗੱਲਾਂ ਨਹੀਂ ਕੀਤੀਆਂ ਜਾਂਦੀਆਂ। ਇਲੈਕਸ਼ਨ ਕੰਪੇਨ 'ਚ ਤਾਂ ਇਹੀ ਹੁੰਦਾ ਵੀ ਸਾਨੂੰ ਚੁਣ ਲਓ, ਕੁਰਸੀ ਤੇ ਬਿਠਾ ਦਿਓ, ਉੱਥੇ ਜਾ ਕੇ ਕਮਾਲ ਕਰ ਦਿਆਂਗੇ। ਜਿੰਨੀਆਂ ਕੁ ਕਮਾਲਾਂ ਹੋ ਰਹੀਆਂ ਤੁਹਾਡੇ ਸਾਹਮਣੇ ਹੀ ਆ। ਜੋਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।